मैम ये जो प्लान हम दोनों के मन में आया है, सबसे पहले मेरे हस्बैंड प्रदीप अम्बेडकर जी के मन में आया था। हम दोनों एक दिन ऐसे ही बात कर रहे थे, तो हम दोनों के मन में विचार आया कि मतलब हमने बच्चों के लिए कुछ सोचना चाहिए। जो एजुकेशन को लेकर आजकल इस तरीके से इतनी ज़्यादा महंगाई हो रही है, स्पेशली एजुकेशन के लिए, लेकिन जो गरीब बच्चे होते हैं वो अफोर्ड नहीं कर पाते हैं। तो मतलब मैंने ये सोचा, या हम दोनों ने ही ये सोचा कि मतलब इस चीज़ के लिए हम बच्चों को कुछ नए लेवल पर शिक्षा दे सकें। भी आजकल जिवें ना एक धंधा बना लिया है कि इसके नाम पे भी बच्चों से कितने पैसे लिए जाते हैं, डोनेशंस लगते हैं, पर हर बच्चा, हर माँ बाप वो अफोर्ड नहीं कर सकता, पर हर माँ बाप चाहता है कि उसका बच्चा पढ़ लिख के कुछ बने। बिल्कुल मैम, यही मेरी कोशिश है और हमेशा यही कोशिश रहेगी, और आई होप कि मेरे बच्चे आगे बढ़ें और मतलब मैं उन्हें कुछ अच्छा सिखा सकूं। और मैम स्टडी के अलावा मैं बच्चों को अच्छे से मतलब जेस्चर, पोस्चर हो गया, मैनर्स हो गए, सैटरडे के दिन पीडी क्लास लेना, यानी छोटी छोटी बारीकियाँ चीज़ें हैं जो कोशिश करते हैं कि हम उन चीज़ों को फिल कर सकें। क्या क्या बच्चों को आप सिखाते हो, जैसे ट्यूशन्स के साथ साथ और बच्चे के? मैम मेरे 3 बैचेस लगते हैं। सब्जेक्ट मैं ऑल सब्जेक्ट पढ़ाती हूँ, और इंग्लिश स्पोकन बच्चों को 7:30 से लेकर 8 तक मैं बच्चों को स्पोकन देती हूँ 30 मिनट्स तक। चाहे छोटा हो या बड़े बच्चे हो, 8, 7, 9, 10 एनी स्टैंडर्ड के बच्चे हो, मैं उन्हें स्पोकन देने की कोशिश करती हूँ। इंग्लिश मीडियम के स्टूडेंट जितने फ्लो में बोलते हैं, तो मैम मेरा ये मतलब मुझे मानना है कि मेरे जो सरकारी स्कूल के बच्चे हैं उन्हें भी वो सारी चीज़ें मिले, वो भी कम पैसों में वो हर एक चीज़ सीख सकें। ਡਾਕਟਰ ਅੰਬੇਦਕਰ ਦੇ ਆਦਰਸ਼ਾਂ 'ਤੇ ਤੁਸੀਂ ਚੱਲਦੇ ਹੋ, ਮੈਮ ਨੇ ਵੀ ਦੱਸਿਆ ਕਿ ਤੁਹਾਡਾ ਇਹ ਆਈਡੀਆ ਸੀਗਾ ਬੇਸਿਕ ਸੇ ਕਿ ਕਿਹੜੇ ਉਹਨਾਂ ਦੇ ਅਜਿਹੇ ਆਦਰਸ਼ ਸੀਗੇ ਜਿਹੜੇ ਤੁਹਾਨੂੰ ਇਹ ਸਭ ਇਹ ਜਿਹਾ ਉਪਰਾਲਾ ਕਰਨ ਤੇ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ? ਮੈਂ ਦੱਸਣਾ ਚਾਹਾਂਗਾ ਕਿ ਮੈਂ ਇੱਕ ਸੰਸਥਾ ਨਾਲ ਜੁੜਿਆ ਹੋਇਆ, ਸ੍ਰਿਸ਼ਟੀਕਰਤਾ ਵਾਲਮੀਕੀ ਐਜੂਕੇਸ਼ਨਲ ਫਾਊਂਡੇਸ਼ਨ, ਜੋ ਕਿ ਮੈਂ 13 ਸਾਲ ਤੋਂ ਅਸੀਂ ਵਰਕ ਕਰ ਰਹੇ ਹਾਂ ਉਹਦੇ ਨਾਲ। ਪੂਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਜਾ ਕੇ, ਗਲੀ ਗਲੀ ਮੁਹੱਲੇ ਜਾ ਕੇ ਅਸੀਂ ਸਿੱਖਿਆ ਦਾ ਜਿਹੜਾ ਪ੍ਰਚਾਰ ਕਰਦੇ ਹਾਂ। ਸਾਡੇ ਜਿਹੜੇ ਆਦਰਸ਼ ਆ, ਮਹਾਤਮਾ ਜੋਤੀਬਾ ਫੁੱਲੇ ਜੀ ਆ, ਮਾਤਾ ਸਾਵਿਤਰੀ ਬਾਈ ਫੁੱਲੇ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਾਡੇ ਆਦਰਸ਼ ਆ। ਅਸੀਂ ਉਹਨਾਂ ਦੇ ਹੀ ਆਦਰਸ਼ਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਕੰਮ ਕਰਦੇ ਹਾਂ। ਜਦੋਂ ਅਸੀਂ ਪਿੰਡ ਪਿੰਡ, ਸ਼ਹਿਰ ਸ਼ਹਿਰ, ਜਦੋਂ ਗਲੀ ਮੁਹੱਲੇ ਜਾਂਦੇ ਸੀਗੇ ਤਾਂ ਅਸੀਂ ਦੱਸਦੇ ਸੀ ਕਿ ਇੱਕ ਸਿੱਖਿਆ ਦਾ ਜਿਹੜਾ ਵਪਾਰੀਕਰਨ ਹੋ ਰਿਹਾ, ਸਿੱਖਿਆ ਦਾ ਇੱਕ ਕਹਿ ਲਓ ਧੰਦਾ ਬਣਾਇਆ ਹੋਇਆ ਪ੍ਰਾਈਵੇਟ ਸਕੂਲ ਵਾਲਿਆਂ ਨੇ, ਕਿ ਡੋਨੇਸ਼ਨ ਦੇ ਨਾਮ ਤੇ, ਐਡਮਿਸ਼ਨ ਦੇ ਨਾਮ ਤੇ, ਡਰੈਸਿਸ ਦੇ ਨਾਮ ਤੇ, ਬੁੱਕਸ ਦੇ ਨਾਮ ਤੇ ਇੰਨੀ ਲੁੱਟ ਮਚਾਈ ਪਈ ਆ ਕਿ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਗਰੀਬ ਪੇਰੈਂਟਸ ਆ, ਜਾਂ ਲੋ ਲੈਵਲ ਦਾ ਜਾਂ ਮਿਡਲ ਕਲਾਸ ਦਾ ਜਿਹੜਾ ਸਮਾਜ ਦੇ ਵਿੱਚ ਪੇਰੈਂਟਸ ਆ ਜਾਂ ਇਨਸਾਨ ਆ, ਉਹ ਆਪਣੇ ਬੱਚਿਆਂ ਨੂੰ ਜਿਹੜੀ ਉਹ ਸਿੱਖਿਆ ਉਸ ਲੈਵਲ ਦੇ, ਕਨਵੈਂਟ ਸਕੂਲ ਦੇ ਲੈਵਲ ਦੀ ਸਿੱਖਿਆ ਨਹੀਂ ਦੇ ਸਕਦਾ। ਅਸੀਂ ਕਾਫੀ ਸਮੇਂ ਤੋਂ ਇਹ ਕਹਿ ਰਹੇ ਸੀ ਕਿ ਜਦ ਤੱਕ ਸਿੱਖਿਆ ਦਾ ਲੈਵਲ ਇਕੁਅਲ ਨਹੀਂ ਹੁੰਦਾ ਤੇ ਜਿਹੜੀ ਊਂਚ ਨੀਚ ਸਮਾਜ ਦੇ ਵਿੱਚ ਫੈਲੀ ਹੋਈ ਆ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀਗਾ ਕਿ ਸਿੱਖਿਆ ਸ਼ੇਰਨੀ ਕਾ ਵਹ ਦੂਧ ਹੈ ਜੋ ਪੀਏਗਾ ਉਹ ਦਹਾੜੇਗਾ। ਤੇ ਸਿੱਖਿਆ ਦਾ ਲੈਵਲ ਹੀ ਇਸ ਟਾਈਮ ਅੱਪਰ ਤੇ ਲੋ ਕਲਾਸ ਦਾ ਹੋ ਚੁੱਕਿਆ ਆ, ਤੇ ਅਸੀਂ ਇਹ ਸੋਚ ਕੇ ਜਿਹੜਾ ਟਿਊਸ਼ਨ ਸੈਂਟਰ ਸ਼ੁਰੂ ਕੀਤਾ। ਸਤਿ ਸ਼੍ਰੀ ਅਕਾਲ, ਤੁਸੀਂ ਗੁਰਦਾਨਾ ਟਾਈਮਸ, ਮੈਂ ਇਸ਼ਪ੍ਰੀਤ ਕੌਰ। ਕਹਿੰਦੇ ਸਿੱਖਿਆ, ਨੌਲੇਜ ਜਿੰਨੀ ਆਪਾਂ ਵੰਡਦੇ ਹਾਂ ਆਪਣੀ ਵੀ ਵੱਧਦੀ ਹੈ ਅਤੇ ਨਾਲ ਦਿਆਂ ਦਾ ਵੀ ਕਿੰਨਾ ਫਾਇਦਾ ਹੁੰਦਾ ਹੈ। ਅਤੇ ਜੇ ਆਪਾਂ ਸਿੱਖਿਆ ਦੀ ਹੀ ਗੱਲ ਕਰੀਏ, ਬੱਚੇ ਜਿਹੜੇ ਹੁੰਦੇ ਨੇ, ਜਿਹੜੇ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ, ਉਹ ਇੰਨੀ ਸਟੱਡੀ ਆਪਣੀ ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੇ ਮਾਂ-ਬਾਪ ਵੀ ਜਿਹੜੇ ਨੇ ਸਟੱਡੀ ਅਫੋਰਡ ਨਹੀਂ ਕਰ ਸਕਦੇ, ਅਤੇ ਉਹਨਾਂ ਵਾਸਤੇ ਜਾਂ ਕੁਝ ਅਜਿਹੇ ਬੱਚਿਆਂ ਵਾਸਤੇ ਇਹ ਪਤੀ ਪਤਨੀ ਵੱਲੋਂ ਜਿਹੜਾ ਹੈ, ਜੋ ਕਿ ਡਾਕਟਰ ਅੰਬੇਦਕਰ ਦੇ ਆਦਰਸ਼ਾਂ ਦੇ ਚੱਲਦੇ ਨੇ, ਅਤੇ ਉਹਨਾਂ ਦੀਆਂ ਹੀ ਕੁਝ ਸਿੱਖਿਆਵਾਂ ਨੂੰ ਲੈ ਕੇ ਇਹਨਾਂ ਵੱਲੋਂ ਇੱਕ ਉਪਰਾਲਾ ਜਿਹੜਾ ਹੈ ਕੀਤਾ ਜਾ ਰਿਹਾ ਹੈ ਕਿ ਇੱਕ ਸਿੱਖਸ਼ਕ ਬਣ ਕੇ, ਇੱਕ ਗੁਰੂ ਬਣ ਕੇ ਜਿਹੜੇ ਹੈ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਇਹਨਾਂ ਨੇ ਹਲੇ 5-6 ਮਹੀਨੇ ਹੀ ਹੋਏ ਨੇ ਇਹਨਾਂ ਨੂੰ ਇਹ ਸ਼ੁਰੂਆਤ ਕੀਤੇ ਨੂੰ, ਅਤੇ ਨਰਸਰੀ ਟੂ BA ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਸਪੋਕਨ ਇੰਗਲਿਸ਼ ਦੀਆਂ ਕਲਾਸਿਸ ਵੀ ਲੈਂਦੇ ਨੇ ਅਤੇ ਸਿਰਫ 100 ਰੁਪਇਆ ਚਾਰਜ ਕਰਦੇ ਨੇ। ਇਹਨਾਂ ਨੂੰ ਪੁੱਛਾਂਗੇ ਕੀ ਇਹਨਾਂ ਨੂੰ ਇੱਦਾਂ ਦਾ ਖਿਆਲ ਆਇਆ ਕਿ ਇਹਨਾਂ ਨੂੰ ਅਜਿਹਾ ਜਿਹੜਾ ਇੱਕ ਉਪਰਾਲਾ ਕਰਨਾ ਚਾਹੀਦਾ ਹੈ, ਤਾਂ ਉਹ ਥੋੜ੍ਹੀ ਗੱਲਬਾਤ ਕਰਾਂਗੇ ਕਿ ਮੈਮ ਤਾਂ ਤੁਸੀਂ ਇੰਨਾ ਵਧੀਆ ਉਪਰਾਲਾ ਜਿਹੜਾ ਇਹ ਕਰ ਰਹੇ ਹੋ, ਤੁਹਾਨੂੰ ਖਿਆਲ ਕਿੱਦਾਂ ਆਇਆ? मैम एक्चुअली मेरा नाम प्रतिमा अम्बेडकर ही है, और मैं डॉक्टर BR अम्बेडकर टिश्यू सेंटर चला रही हूँ। मैम ये जो प्लान हम दोनों के मन में आया है, सबसे पहले मेरे हस्बैंड प्रदीप अम्बेडकर जी के मन में आया था। हम दोनों एक दिन ऐसे ही बात कर रहे थे, तो हम दोनों के मन में विचार आया कि मतलब हमने बच्चों के लिए कुछ सोचना चाहिए। जो एजुकेशन को लेकर आजकल इस तरीके से इतनी ज़्यादा महंगाई हो रही है, स्पेशली एजुकेशन के लिए, लेकिन जो गरीब बच्चे होते हैं वो अफोर्ड नहीं कर पाते हैं। तो मतलब मैंने ये सोचा, या हम दोनों ने ही ये सोचा कि मतलब इस चीज़ के लिए हम बच्चों को कुछ नए लेवल पर शिक्षा दे सकें। तो बस मैम हम दोनों ने ये प्लान करा। और ਸਿੱਖਿਆ ਨੂੰ ਵੀ ਅੱਜ ਕੱਲ੍ਹ ਜਿਵੇਂ ਨਾ ਇੱਕ
धंधा बना लिया है कि इसके नाम पे भी बच्चों से कितने पैसे लिए जाते हैं, डोनेशंस लगते हैं, पर हर बच्चा, हर माँ बाप वो अफोर्ड नहीं कर सकता, पर हर माँ बाप चाहता है कि उसका बच्चा पढ़ लिख के कुछ बने। कुछ बने, बिल्कुल मैम, यही मेरी कोशिश है और हमेशा यही कोशिश रहेगी। और आई होप कि मेरे बच्चे आगे बढ़ें और मतलब मैं उन्हें कुछ अच्छा सिखा सकूं। और मैम स्टडी के अलावा मैं बच्चों को अच्छे से मतलब जेस्चर, पोस्चर हो गया, मैनर्स हो गए, सैटरडे के दिन पीडी क्लास लेना, यानी छोटी छोटी बारीकियाँ चीज़ें हैं जो कोशिश करते हैं कि हम उन चीज़ों को फिल कर सकें। यस मैम, तो बस मैम कितना टाइम हो गया मैम ये स्टार्ट? मैम 6 मंथ हमें कंप्लीट हो गया है। हाँ जी। और क्या क्या बच्चों को आप सिखाते हो, जैसे ट्यूशंस के साथ साथ और बच्चे क्या मैम मेरे 3 बैचेस लगते हैं सब्जेक्ट्स। यस मैम, सब्जेक्ट में ऑल सब्जेक्ट पढ़ाती हूँ। और इंग्लिश स्पोकन बच्चों को 7:30 से लेके 8 तक मैं बच्चों को स्पोकन देती हूँ 30 मिनट्स तक। मतलब चाहे छोटा हो या बड़े बच्चे हो, 8th 7th 9th 10th एनी स्टैंडर्ड के बच्चे हो, मैं उन्हें स्पोकन देने की कोशिश करती हूँ। बिकॉज मैं ये सोच रखती हूँ कि जो स्पोकन इंग्लिश मीडियम के स्टूडेंट जितने फ्लो में बोलते हैं, तो मैम मेरा ये मतलब मुझे मानना है कि मेरे जो सरकारी स्कूल के बच्चे हैं उन्हें भी वो सारी चीज़ें मिलें, वो भी कम पैसों में वो हर एक चीज़ सीख सकें। मैम आपकी अपनी क्वालिफिकेशन क्या है? मैम मैंने M.Com और B.Ed किया हुआ है। तो आप लाइक सिर्फ ट्यूशंस ही लेते हो कि और भी कोई जॉब? नो मैम, मैं जॉब भी करती हूँ। मैं डिसेंट स्कूल में, फ़िलहाल डिसेंट स्कूल में एज अ टीचर हूँ। 8th से 9th की मैं क्लास टीचर हूँ और वहाँ पर मैं मतलब हिंदी, मैथ्स, इंग्लिश सब्जेक्ट पढ़ाती हूँ स्टूडेंट्स को। और जब जैसे ही वहाँ से फ्री होती हूँ तो बस यहाँ पर 4 बजे, पौने 4 बजे अपने बच्चों के पास आ जाती हूँ। कितने बजे तक यहाँ पर आप रहते हो? इन बच्चों के साथ कैसा लगता है? बहुत बहुत ही ज़्यादा अच्छा लगता है। और 8:30 तक मैं बच्चों के साथ ही अपना टाइम बिताती हूँ। 4 o'clock से लेके इवनिंग टाइम में 8:30 तक बच्चे मेरे साथ होते हैं। छोटी छोटी बच्चों की शरारतें हैं, बहुत सारी ऐसी बातें हैं जो दिमाग पर, कई ऐसे टेंशन्स हैं जो दिमाग को एकदम शांत कर देती है ना। लेकिन जब बच्चे होते हैं ना तो वो चीज़ें, टेंशन भी कुछ नहीं लगता है, ऐसा लगता है कि वी आर हैप्पी ऑलवेज टाइम। अपने बच्चे कितने? नो मैम, आई हैव नो चिल्ड्रन, बट मैम ये सारे बच्चे मेरे ही हैं। सो लाइक घर कैसे मैनेज करते हो? आपकी जॉब भी होती है, फिर यहाँ ट्यूशन सेंटर भी आना है, सो कैसे मैनेज करते हो? मैम एक्चुअली मतलब मेरी मम्मा, मेरी सासू मम्मा बहुत हेल्पफुल हैं। उनका नेचर ऐसा है कि यानी वो बहुत कोऑपरेट करते हैं। मेरी ससुराल की ऑल फैमिली बहुत ज़्यादा कोऑपरेट करती हैं। बाय गॉड मैं यही कहूँगी कि हर एक लड़की को ऐसा ही घर मिलना चाहिए, क्योंकि मैम मेरा ये मानना है कि लड़की एजुकेशन तो गेन कर लेती है, +2 हो, ग्रेजुएशन हो, एनी अदर एजुकेशन वो गेन कर लेती है ना। लेकिन पता क्या है कि लड़की पढ़ने के बाद ये नहीं मालूम ना हमें कि इन फ्यूचर उन्होंने कहाँ जाना है और फिर वो अपनी एजुकेशन को क्या आगे बढ़ा पाएंगी। लेकिन मैम मैं कहती हूँ कि ऐसी थिंकिंग, ऐसी सोच जैसे मुझे मेरे फैमिली वाले मिले हैं वैसे ही सबको मिले। तो जहाँ आप ये ट्यूशन्स लेते हो, ये जो प्रॉपर जो आपका स्पॉट है, ये मतलब ये तो धर्मशाला है, कॉमन धर्मशाला है। जब यहाँ कोई फंक्शंस या कुछ होता है तब कैसे मैनेज होता है? मैम नुकसान नहीं होता? बिल्कुल नहीं मैम, मैं नुकसान बच्चों का बिल्कुल नहीं होने देती हूँ। एटलीस्ट जब संडे आता है तो संडे को मैं बच्चों को संडे तक की क्लासेस लेती हूँ। और अगर यहाँ पर धर्मशाला है तो यहाँ फंक्शन होता है तो फिर मैम जैसे भी प्रॉब्लम्स वो फेस करके, जैसे भी मैंने अपने बच्चों को अपने घर लेके जाती हूँ और वहीं पर पढ़ाती हूँ। मैम 2 कमरे हैं, पौड़ियों तक पर बच्चे बैठे होते हैं, ऊपर वाले कमरे में, नीचे वाले कमरे में, सारे में बच्चे अच्छी तरह बैठा देती हूँ। शुरुआत कितने बच्चों से की? मैम 4 स्टूडेंट ओनली। तो अब एट प्रेजेंट कितने बच्चे हैं? 70 स्टूडेंट्स मैम। तो बच्चे सेटिस्फाइड हैं? यस मैम, वाई नॉट मैम। parents? यस मैम, वाई नॉट। तो सर ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਸਰ ਜਿਵੇਂ ਡਾਕਟਰ ਅੰਬੇਦਕਰ ਦੇ ਆਦਰਸ਼ਾਂ 'ਤੇ ਤੁਸੀਂ ਚੱਲਦੇ ਹੋ, ਮੈਮ ਨੇ ਵੀ ਦੱਸਿਆ ਕਿ ਤੁਹਾਡਾ ਇਹ ਆਈਡੀਆ ਸੀਗਾ ਬੇਸਿਕ ਤੇ ਕਿਹੜੇ ਉਹਨਾਂ ਦੇ ਅਜਿਹੇ ਆਦਰਸ਼ ਸੀਗੇ ਜਿਹੜੇ ਤੁਹਾਨੂੰ ਇਹ ਸਭ ਇਹ ਜਿਹਾ ਉਪਰਾਲਾ ਕਰਨ ਤੇ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ? ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੱਥੇ ਆਏ ਹੋ। ਤੇ ਮੈਂ ਦੱਸਣਾ ਚਾਹਾਂਗਾ ਕਿ ਮੈਂ ਇੱਕ ਸੰਸਥਾ ਨਾਲ ਜੁੜਿਆ ਹੋਇਆ, ਸ੍ਰਿਸ਼ਟੀਕਰਤਾ ਵਾਲਮੀਕੀ ਐਜੂਕੇਸ਼ਨਲ ਫਾਊਂਡੇਸ਼ਨ, ਜੋ ਕਿ ਮੈਂ 13 ਸਾਲ ਤੋਂ ਅਸੀਂ ਵਰਕ ਕਰ ਰਹੇ ਹਾਂ ਉਹਦੇ ਨਾਲ। ਪੂਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਜਾ ਕੇ, ਗਲੀ ਗਲੀ ਮੁਹੱਲੇ ਜਾ ਕੇ ਅਸੀਂ ਸਿੱਖਿਆ ਦਾ ਜਿਹੜਾ ਪ੍ਰਚਾਰ ਕਰਦੇ ਹਾਂ। ਸਾਡੇ ਜਿਹੜੇ ਆਦਰਸ਼ ਆ, ਮਹਾਤਮਾ ਜੋਤੀਬਾ ਫੁੱਲੇ ਜੀ ਆ, ਮਾਤਾ ਸਾਵਿਤਰੀ ਬਾਈ ਫੁੱਲੇ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਾਡੇ ਆਦਰਸ਼ ਆ। ਅਸੀਂ ਉਹਨਾਂ ਦੇ ਹੀ ਆਦਰਸ਼ਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਕੰਮ ਕਰਦੇ ਹਾਂ। ਤੇ ਇਹ ਵਿਚਾਰ ਸਾਡੇ ਦਿਮਾਗ ਤੋਂ ਤਾਂ ਕਾਫੀ ਟਾਈਮ ਹੋ ਗਿਆ ਜਦੋਂ ਆ ਰਹੇ ਸੀਗੇ, ਤੇ ਮੇਰੀ ਮੈਰਿਜ ਨੂੰ ਹਲੇ ਥੋੜ੍ਹਾ ਸਮਾਂ ਹੋਇਆ। ਤੇ ਜਦੋਂ ਅਸੀਂ ਪਿੰਡ ਪਿੰਡ, ਸ਼ਹਿਰ ਸ਼ਹਿਰ, ਜਦੋਂ ਗਲੀ ਮੁਹੱਲੇ ਜਾਂਦੇ ਸੀਗੇ ਤਾਂ ਅਸੀਂ ਦੱਸਦੇ ਸੀ ਕਿ ਇੱਕ ਸਿੱਖਿਆ ਦਾ ਜਿਹੜਾ ਵਪਾਰੀਕਰਨ ਹੋ ਰਿਹਾ, ਸਿੱਖਿਆ ਦਾ ਇੱਕ ਕਹਿ ਲਓ ਧੰਦਾ ਬਣਾਇਆ ਹੋਇਆ ਪ੍ਰਾਈਵੇਟ ਸਕੂਲ ਵਾਲਿਆਂ ਨੇ, ਕਿ ਡੋਨੇਸ਼ਨ ਦੇ ਨਾਮ 'ਤੇ, ਐਡਮਿਸ਼ਨ ਦੇ ਨਾਮ 'ਤੇ, ਡਰੈਸਿਸ ਦੇ ਨਾਮ 'ਤੇ, ਬੁੱਕਸ ਦੇ ਨਾਮ 'ਤੇ ਇੰਨੀ ਲੁੱਟ ਮਚਾਈ ਪਈ ਆ ਕਿ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਗਰੀਬ ਪੇਰੈਂਟਸ ਆ ਜਾਂ
ਲੋ ਲੈਵਲ ਦਾ ਜਾਂ ਮਿਡਲ ਕਲਾਸ ਦਾ ਜਿਹੜਾ ਸਮਾਜ ਦੇ ਵਿੱਚ ਪੇਰੈਂਟਸ ਆ ਜਾਂ ਇਨਸਾਨ ਆ, ਉਹ ਆਪਣੇ ਬੱਚਿਆਂ ਨੂੰ ਜਿਹੜੀ ਉਹ ਸਿੱਖਿਆ ਉਸ ਲੈਵਲ ਦੀ ਕਨਵੈਂਟ ਸਕੂਲ ਦੇ ਲੈਵਲ ਦੀ ਸਿੱਖਿਆ ਨਹੀਂ ਦੇ ਸਕਦਾ। ਤੇ ਅਸੀਂ ਕਾਫੀ ਸਮੇਂ ਤੋਂ ਇਹ ਕਹਿ ਰਹੇ ਸੀ ਕਿ ਜਦ ਤੱਕ ਸਿੱਖਿਆ ਦਾ ਲੈਵਲ ਇਕੁਅਲ ਨਹੀਂ ਹੁੰਦਾ ਤੇ ਜਿਹੜੀ ਊਂਚ ਨੀਚ ਸਮਾਜ ਦੇ ਵਿੱਚ ਫੈਲੀ ਹੋਈ ਆ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀਗਾ ਕਿ ਸਿੱਖਿਆ ਸ਼ੇਰਨੀ ਕਾ ਵਹ ਦੂਧ ਹੈ ਜੋ ਪੀਏਗਾ ਉਹ ਦਹਾੜੇਗਾ। ਤੇ ਸਿੱਖਿਆ ਦਾ ਲੈਵਲ ਹੀ ਇਸ ਟਾਈਮ ਅਪਰ ਤੇ ਲੋ ਕਲਾਸ ਦਾ ਹੋ ਚੁੱਕਿਆ ਆ। ਤੇ ਅਸੀਂ ਇਹ ਸੋਚ ਕੇ ਜਿਹੜਾ ਟਿਊਸ਼ਨ ਸੈਂਟਰ ਸ਼ੁਰੂ ਕੀਤਾ, ਇਹਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਜੋ 100 ਰੁਪਏ ਫੀਸ ਰੱਖੀ ਸੀ ਤੇ ਸਾਡੇ ਤੇ ਸਵਾਲ ਵੀ ਬਹੁਤ ਚੱਕੇ ਗਏ। ਉਹ ਕਹਿੰਦੇ ਵੀ ਜੇ ਤੁਸੀਂ ਵੀ 100 ਰੁਪਏ ਦੀ ਸਿੱਖਿਆ 100 ਰੁਪਏ ਦੀ ਹੋਏਗੀ। ਕਈ ਪੇਰੈਂਟਸ ਦਾ ਸਵਾਲ ਸੀਗਾ ਵੀ ਤੁਸੀਂ 100 ਰੁਪਏ ਫੀਸ ਕਿਉਂ ਲੈ ਰਹੇ ਹੋ, ਕੋਈ 800 ਲੈ ਰਿਹਾ, ਕੋਈ 1000 ਲੈ ਰਿਹਾ, ਕੋਈ 2000 ਲੈ ਰਿਹਾ। ਮੈਂ ਕਿਹਾ ਵੀ ਇਹ ਸਾਡੀ ਸੇਵਾ ਆ, ਅਸੀਂ ਕੋਈ ਇਹਦਾ ਵਪਾਰੀਕਰਨ ਨਹੀਂ ਕਰ ਰਹੇ, ਅਸੀਂ ਕੋਈ ਲਾਲਚ ਦੇ ਨਾਲ ਨਹੀਂ ਸੇਵਾ ਦੇ ਨਾਮ ਤੇ ਵੀ ਕਿਸੇ ਨੇ ਕੁਐਸਚਨ ਨਹੀਂ ਕੀਤਾ ਤੁਹਾਨੂੰ ਕਿ ਸੇਵਾ ਦੇ ਨਾਮ ਤੇ ਵੀ 100 ਰੁਪਏ ਲਿੱਤੇ ਜਾ ਰਹੇ ਹੈ? ਸਟਾਰਟਿੰਗ ਦੇ ਵਿੱਚ ਤਾਂ ਸਾਡੇ ਤੇ ਬਹੁਤ ਸਵਾਲ ਉਠਾਏ ਗਏ, ਲੇਕਿਨ ਆਹਿਸਤਾ ਆਹਿਸਤਾ ਜਦੋਂ ਸਾਡੀ ਵਿਚਾਰਧਾਰਾ ਦਾ ਲੋਕਾਂ ਨੂੰ ਪਤਾ ਲੱਗਿਆ ਤੇ ਮੇਰਾ ਖਿਆਲ ਹੈ ਕਿ ਸਾਰੇ ਆਸੇ-ਪਾਸੇ ਦੇ ਲੋਕ ਜਿਹੜੇ ਮੁਹੱਲੇ ਵਾਲੇ ਸਾਡੇ ਲੋਕ ਆ, ਗਲੀਆਂ ਵਾਲੇ ਲੋਕ ਆ, ਇਸ ਟਾਈਮ ਸਾਡਾ ਪੂਰਾ ਕੋਆਪਰੇਟ ਕਰ ਰਹੇ ਆ। ਪਰ ਸਰ ਜਿਵੇਂ ਤੁਸੀਂ ਦੱਸਿਆ ਕਿ 8000 ਹੈ, ਕਿਤੇ 2000 ਹੈ, ਕਿਤੇ 1000 ਰੁਪਇਆ ਹੈ, ਇਸ ਦੇ ਅਕੋਰਡਿੰਗ ਜਿਵੇਂ ਤੁਹਾਡੀ 100 ਰੁਪਏ ਫੀਸ ਹੈ ਤੇ ਇਸ ਦੇ ਅਕੋਰਡਿੰਗ ਲੋਕਾਂ ਨੇ ਇੱਕ ਲੈਵਲ ਨਹੀਂ ਮਤਲਬ ਤੁਹਾਨੂੰ ਕੁਐਸਚਨ ਕੀਤਾ ਕਿ ਲਾਈਕ ਉਹ ਲੈਵਲ ਅੱਛਾ ਹੈ ਸਿੱਖਿਆ ਦਾ, ਤੁਹਾਡਾ ਲੈਵਲ ਘੱਟ ਹੈ ਸਿੱਖਿਆ ਦਾ, ਇਦਾਂ ਵੀ ਕੁਐਸਚਨ ਕੀਤਾ ਹੋਣਾ ਤੁਹਾਨੂੰ? ਬਿਲਕੁਲ ਕੀਤਾ ਮੈਡਮ। ਤੇ ਲੇਕਿਨ ਅਸੀਂ ਉਹ ਸਾਬਤ ਕਰਕੇ ਦਿਖਾਇਆ 6 ਮਹੀਨਿਆਂ ਦੇ ਵਿੱਚ ਅਸੀਂ ਉਹ ਬੱਚਿਆਂ ਨੂੰ ਉਸ ਲੈਵਲ ਦੀ ਸਿੱਖਿਆ ਦਿੱਤੀ ਆ। ਅੱਜ ਅਸੀਂ ਜਦੋਂ ਤੁਸੀਂ ਚਾਹੇ ਹੁਣੀ ਦੇਖ ਲਿਓ ਕਿ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਆ ਉਹ ਕਿਤੇ ਟੌਪ ਕਰ ਰਹੇ ਆ CBSE ਬੋਰਡ ਦੇ ਨਾਲੋਂ। ਤੁਸੀਂ ਦੇਖਿਓ ਕਿ ਉਹਨਾਂ ਦੀ ਜਿਹੜੀ ਇਸ ਟਾਈਮ ਜਿਹੜੇ ਅਸੀਂ ਟਿਊਸ਼ਨ ਚਲਾ ਰਹੇ ਸਾਡੇ ਕੋਲ ਜ਼ਿਆਦਾ ਸਰਕਾਰੀ ਬੱਚੇ ਜ਼ਿਆਦਾ ਆ, ਲੇਕਿਨ CBSE ਬੋਰਡ ਦੇ ਵੀ ਹੈਗੇ ਆ। ਲੇਕਿਨ ਅਸੀਂ ਕਾਫੀ ਹੱਦ ਤੱਕ ਜਦੋਂ ਜੋ ਮਹਿਸੂਸ ਕੀਤਾ ਕਿ ਜਿਹੜੇ ਗਰੀਬ ਤਬਕੇ ਦੇ ਲੋਕ ਆ ਜਾਂ ਜਿਹੜੇ ਮਿਡਲ ਕਲਾਸ ਲੋਕ ਆ ਜਾਂ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹ ਜ਼ਿਆਦਾ ਕ੍ਰੀਏਟਿਵ ਹੋ ਰਹੇ ਆ, ਕ੍ਰੀਏਟੀਵਿਟੀ ਜ਼ਿਆਦਾ ਹੈ ਉਹਨਾਂ ਦੇ ਵਿੱਚ। ਤੇ ਜਿਹੜਾ ਸਿੱਖਿਆ ਦਾ ਸੀ ਉਹਨਾਂ ਦੇ ਪੇਰੈਂਟਸ, ਜੇ ਸਿੱਖਿਆ ਅੱਛੀ ਮਿਲ ਰਹੀ ਹੈ ਤਾਂ ਹੀ ਮੈਡਮ ਅੱਜ ਇੰਨੇ ਸਟੂਡੈਂਟ ਹੋ ਚੁੱਕੇ ਆ। ਜੇ ਸਿੱਖਿਆ ਦਾ ਸਤਰ ਘੱਟ ਹੁੰਦਾ ਸਾਡਾ ਤੇ ਸ਼ਾਇਦ ਸਾਡੇ ਕੋਲ ਇੰਨੇ ਬੱਚੇ ਨਹੀਂ ਸੀ ਹੋਣੇ। ਸਰ ਪਰਿਵਾਰ ਵੱਲੋਂ, ਰਿਸ਼ਤੇਦਾਰਾਂ ਵੱਲੋਂ ਵੀ ਕਦੇ ਕੁਝ ਜਿਹੇ ਤੁਹਾਡੇ ਤੇ ਕਮੈਂਟਸ ਹੋਏ ਹੋਣ, ਕਦੇ ਕੁਝ ਇਸ ਚੀਜ਼ ਨੂੰ ਲੈ ਕੇ ਰਿਸ਼ਤੇਦਾਰਾਂ ਵੱਲੋਂ? ਬਿਲਕੁਲ ਹੋਏ ਆ। ਕਈ ਵਾਰੀ ਤਾਂ ਇਸ ਤਰ੍ਹਾਂ ਹੋਇਆ ਵੀ ਇਹ ਜਿਹੜੇ ਅੰਬੇਡਕਰਵਾਦੀ ਹੁੰਦੇ ਇਹਨਾਂ ਦਾ ਦਿਮਾਗ ਖਰਾਬ ਹੋਇਆ ਹੁੰਦਾ। ਸਾਡੇ ਜਿਹੜੇ ਫੈਮਿਲੀ ਮੈਂਬਰ ਆ ਉਹੀ ਕਹਿੰਦੇ ਹੁੰਦੇ ਸੀਗੇ ਵੀ ਅੱਜ ਕੱਲ੍ਹ ਸਿੱਖਿਆ ਦੇ ਵਿੱਚ ਇੰਨਾ ਸਕੋਪ ਆ, ਇੰਨਾ ਪੈਸਾ ਆ, ਤੁਸੀਂ ਪੈਸਾ ਨਾ ਕਮਾਉਣ ਦੀ ਜਗ੍ਹਾ ਤੇ ਤੁਸੀਂ 100 ਰੁਪਏ ਦੇ ਵਿੱਚ ਸਿੱਖਿਆ ਦੇ ਰਹੇ ਹੋ, ਤੁਸੀਂ ਉਹਦੀ 500 ਰੁਪਏ ਮਿਨੀਮਮ 500 ਰੁਪਏ ਸਿੱਖਿਆ ਰੱਖੋ, ਯਾਨੀ ਕਿ ਫੀਸ ਰੱਖੋ। ਲੇਕਿਨ ਅਸੀਂ ਕਿਹਾ ਵੀ ਜਦੋਂ ਸਮਾਜ ਦੇ ਵਿੱਚ ਇੱਕ ਜਿਹੜਾ ਛੋਟਾ ਲੈਵਲ ਆ ਜਾਂ ਛੋਟੇ ਲੋਕ ਆ ਜਾਂ ਜਿਹੜੇ ਗਰੀਬ ਲੋਕ ਆ ਉਹ ਜਦ ਤੱਕ ਸਿੱਖਿਆ ਉਸ ਲੈਵਲ ਦੀ ਨਹੀਂ ਲੈਣਗੇ ਤਾਂ ਇਕੁਐਲਿਟੀ ਕਿੱਦਾਂ ਆਏਗੀ, ਜਿਹੜਾ ਸਮਾਨਤਾ ਕਿੱਦਾਂ ਆਏਗੀ। ਤੇ ਜਦੋਂ ਬਾਬਾ ਸਾਹਿਬ ਜਦੋਂ ਇਹ ਗੱਲ ਕਹਿੰਦੇ ਸੀਗੇ ਵੀ ਸਮਾਨਤਾ, ਸਵਤੰਤਰਤਾ, ਸੁਤੰਤਰਤਾ ਇਹ ਸਾਡਾ ਮੌਲਿਕ ਅਧਿਕਾਰ ਆ ਤੇ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ। ਤੇ ਜੇ ਅਸੀਂ ਵੀ ਸਿੱਖਿਆ ਦਾ ਵਪਾਰੀਕਰਨ ਕਰਾਂਗੇ ਤੇ ਅਸੀਂ ਉਹ ਬਾਬਾ ਸਾਹਿਬ ਦੇ ਆਦਰਸ਼ਾਂ ਤੇ ਤਾਂ ਨਹੀਂ ਚੱਲ ਸਕਦੇ। ਫਿਰ ਸਰ ਬਟ ਤੁਹਾਡੇ ਲਾਈਕ ਮੈਮ ਨੇ ਦੱਸਿਆ ਤੁਹਾਡੇ ਆਪਣੇ ਬੱਚੇ ਵੀ ਨਹੀਂ ਹੈ ਤੇ ਇਹਨਾਂ ਬੱਚਿਆਂ ਵੱਲੋਂ ਕਿੱਦਾਂ ਦਾ ਪਿਆਰ ਸਤਿਕਾਰ ਮਿਲਦਾ? ਬਹੁਤ ਪਿਆਰ ਸਤਿਕਾਰ ਮਿਲਦਾ। ਤੁਸੀਂ ਹੁਣ ਦੇਖ ਹੀ ਲਿਆ ਹੋਵੇਗਾ, ਇੱਕ ਜਿੱਦਾਂ ਕਹਿ ਲਓ ਵੀ ਤੁਸੀਂ ਆਪਣੇ ਪੇਰੈਂਟਸ ਵਾਂਗੂ ਹੀ ਸਾਨੂੰ ਬੱਚੇ ਪਿਆਰ ਕਰਦੇ ਆ, ਕਿਉਂਕਿ ਅਸੀਂ ਪਿਆਰ ਦਿੰਦੇ ਤੇ ਪਿਆਰ ਲੈਂਦੇ ਆ। ਤੁਸੀਂ ਯਕੀਨ ਕਰਿਓ ਕਿ ਜਦੋਂ ਅਸੀਂ ਸਕੂਲ ਦਾ ਟਾਈਮ ਹੁੰਦਾ ਹੈ, ਟਿਊਸ਼ਨ ਦਾ ਟਾਈਮ ਹੁੰਦਾ ਤੇ ਉਹ ਪਹਿਲੀ ਆ ਕੇ ਖੜ ਜਾਂਦੇ ਆ ਬੱਚੇ, ਇੰਨਾ ਪਿਆਰ ਕਰਦੇ ਟਿਊਸ਼ਨ ਨੂੰ। ਤੇ ਇਹਨਾਂ ਦੇ ਪੇਰੈਂਟਸ ਦਾ ਕੀ ਹੈ, ਮਤਲਬ ਤੁਹਾਨੂੰ ਮਿਲੇ ਆ ਕੇ 6 ਮਹੀਨਿਆਂ 'ਚ ਉਹਨਾਂ ਨੇ ਵੀ ਆਪਣੇ ਬੱਚਿਆਂ ਦੀ ਗਰੋਥ ਦੇਖੀ ਹੋਣੀ? ਹਾਂਜੀ, ਇਸ ਟਾਈਮ ਤਾਂ ਪੇਰੈਂਟਸ ਬਹੁਤ ਖੁਸ਼ ਆ। ਪਹਿਲਾਂ ਆ ਕੇ ਸਾਨੂੰ ਸਵਾਲ ਜ਼ਰੂਰ ਉਠਾਉਂਦੇ ਸੀਗੇ ਵੀ 100 ਰੁਪਏ ਦੀ ਸਿੱਖਿਆ ਜਿਹੜੀ 100 ਰੁਪਏ ਵਰਗੀ ਹੋਏਗੀ, ਲੇਕਿਨ ਅੱਜ ਇੰਨੇ ਕੁ ਖੁਸ਼ ਆ ਪੇਰੈਂਟਸ, ਉਹ ਕਹਿੰਦੇ ਵੀ ਅਸੀਂ ਜਿਹੜਾ ਟਿਊਸ਼ਨ ਸੈਂਟਰ ਆ ਸਾਨੂੰ ਐਪਰੀਸ਼ੀਏਟ ਵੀ ਕਰਦੇ ਆ ਕਿ ਤੁਸੀਂ ਅੱਗੇ ਜਾ ਕੇ ਸਕੂਲ ਵੀ ਖੋਲ੍ਹੋ। ਤੇ ਜੇ ਸਾਰਿਆਂ ਦਾ ਪਿਆਰ ਮਿਲਿਆ, ਤੁਹਾਡੇ ਸਾਰਿਆਂ ਦਾ, ਸਾਡੇ ਜਿੰਨੇ ਵੀ ਸਾਨੂੰ ਪਿਆਰ ਕਰਦੇ ਆ, ਜਿਹੜਾ ਸਾਥ ਦਿੰਦੇ, ਜੇ ਸਾਰਿਆਂ ਦਾ ਸਾਥ ਇੱਦਾਂ ਹੀ ਮਿਲਦਾ ਰਿਹਾ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅੱਗੇ ਅਸੀਂ ਸਕੂਲ ਵੀ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ, ਉਹ ਵੀ ਡਾਕਟਰ BR ਅੰਬੇਡਕਰ ਸਾਹਿਬ ਜੀ ਦੇ ਨਾਮ ਤੇ ਹੀ ਖੋਲ੍ਹਾਂਗੇ। ਸਰ ਤੁਸੀਂ ਬਾਈ ਪ੍ਰੋਫੈਸ਼ਨ ਕੰਮ ਕੀ ਕਰਦੇ ਹੋ? ਮੇਰਾ ਵੈਸੇ ਤਾਂ ਸੇਲ ਐਂਡ ਪਰਚੇਜ਼, ਆਟੋ ਸੇਲ ਐਂਡ ਪਰਚੇਜ਼ ਦਾ ਕੰਮ ਆ ਤੇ ਸੈਲਫ ਬਿਜ਼ਨਸ ਆ ਮੇਰਾ। ਪਰ ਲੇਕਿਨ ਮੈਂ ਜ਼ਿਆਦਾ ਆਪਣਾ ਸਮਾਂ ਸਿੱਖਿਆ ਨੂੰ, ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਸਤੇ ਦਿੰਦਾ। ਟਾਈਮ ਕਿੱਦਾਂ ਮੈਨੇਜ ਕਰਦੇ ਹੋ, ਜਿਵੇਂ ਆਪਣਾ ਕੰਮ ਵੀ ਹੈ ਤੇ ਇੱਥੇ ਟਿਊਸ਼ਨਸ ਵੀ ਲੈਣੀ ਹੈ? ਹਾਂਜੀ, ਮੈਂ ਸਿਰਫ ਹਫਤੇ ਦੇ ਵਿੱਚ ਸਿਰਫ ਸੈਚਰਡੇ ਟਿਊਸ਼ਨ ਲੈਣਾ, ਉਹ ਵੀ ਇੱਕ PD ਕਲਾਸਿਸ ਜਿੱਦਾਂ ਹੁੰਦੇ ਪਰਸਨੈਲਿਟੀ ਡਿਵੈਲਪਮੈਂਟ ਦੀਆਂ, ਉਹ ਕਲਾਸਿਸ ਲੈਣਾ। ਬਾਕੀ
ਜੀਕੇ ਵਗੈਰਾ ਬੱਚਿਆਂ ਨੂੰ ਸਿਖਾਉਂਦਾ, ਬਾਕੀ ਤਾਂ ਮੈਡਮ ਹੀ ਦੇਖਦੇ ਸਾਰਾ। ਮੈਂ ਸਿਰਫ ਉਹਨਾਂ ਦੀ ਜਿਹੜੀ ਬੇਸਿਕ ਜ਼ਰੂਰਤ ਐਜੂਕੇਸ਼ਨ ਆ ਜਾਂ ਬੇਸਿਕ ਜਿਹੜੀ ਨੌਲੇਜ ਆ ਉਸ 'ਤੇ ਮੈਂ ਥੋੜ੍ਹਾ ਕੰਮ ਕਰਦਾ। ਤੇ ਸਰ ਜਿਵੇਂ ਤੁਸੀਂ ਇਹ ਪਲੈਨਿੰਗ ਕੀਤੀ ਤੇ ਉਸ ਦੀ ਐਗਜ਼ੀਕਿਊਸ਼ਨ 'ਚ ਕਿੰਨਾ ਕੁ ਟਾਈਮ ਲੱਗ ਗਿਆ ਕਿ ਇਹ ਟਿਊਸ਼ਨ ਸਟਾਰਟ ਕਰਨੀਆਂ ਚਾਹੀਦੀਆਂ ਨੇ? ਟਿਊਸ਼ਨ ਸਟਾਰਟ ਕਰਨ ਤੋਂ ਵੈਸੇ ਤਾਂ ਦੱਸ ਹੀ ਦਿੱਤਾ, ਲੋਕਡਾਊਨ ਦੇ ਸੀ, ਜਦੋਂ ਲੋਕਡਾਊਨ ਹੋਇਆ ਸੀਗਾ ਸਾਡੀ ਗੱਲ ਤਾਂ ਉਦੋਂ ਦੀ ਚੱਲ ਰਹੀ ਸੀਗੀ। ਲੇਕਿਨ ਲੋਕਡਾਊਨ ਦੇ ਜਿਹੜੇ 2 ਸਾਲ ਆ ਵੈਸੇ ਵੇਸਟ ਹੋ ਗਏ, ਕਿਉਂਕਿ ਬੱਚੇ ਵੀ ਤੁਹਾਨੂੰ ਪਤਾ ਲੋਕਡਾਊਨ ਕਰਕੇ ਨਹੀਂ ਆ ਰਹੇ ਸੀਗੇ, ਬੱਚੇ ਵੀ ਪਿੱਛੇ ਚਲੇ ਗਏ ਸੀਗੇ। ਲੇਕਿਨ ਹੁਣ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਜਦੋਂ ਸਾਲ ਸਟਾਰਟ ਹੋਇਆ, ਜਦੋਂ ਅਸੀਂ ਸੋਚਿਆ ਤੇ ਸਾਨੂੰ ਉਮੀਦ ਵੀ ਨਹੀਂ ਸੀਗੀ ਵੀ ਇੰਨੀ ਛੇਤੀ ਬੱਚੇ ਸਾਡੇ ਕੋਲ ਇੰਨੇ ਆ ਜਾਣਗੇ। ਅਸੀਂ 4 ਬੱਚਿਆਂ ਤੋਂ ਸ਼ੁਰੂ ਕੀਤਾ, ਸਾਡਾ ਘਰ ਛੋਟਾ ਜਿਹਾ ਆ, ਉਸ ਤੋਂ ਅਸੀਂ ਸ਼ੁਰੂ ਕੀਤਾ। ਲੇਕਿਨ ਹੌਲੀ ਹੌਲੀ ਸਾਨੂੰ ਕੋਆਪਰੇਟ ਇਹਨਾਂ ਬੰਦਿਆਂ ਨੇ ਕੀਤਾ, ਯਾਨੀ ਕਿ ਜਿਹੜੇ ਆਸੇ-ਪਾਸੇ ਦੇ ਲੋਕ ਆ, ਇਸ ਤੋਂ ਸਾਨੂੰ ਧਰਮਸ਼ਾਲਾ ਜਿਹੜੀ ਆ ਇਹ ਟਿਊਸ਼ਨ ਸੈਂਟਰ ਚਲਾਉਣ ਵਾਸਤੇ ਦਿੱਤੀ। ਪਹਿਲੀ ਗੱਲ ਤਾਂ ਮੈਂ ਉਹ ਪ੍ਰਧਾਨ ਜੀ ਦਾ ਵੀ ਅਜੀਤ ਕੁਮਾਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ 'ਤੇ ਇੰਨਾ ਵਿਸ਼ਵਾਸ ਕੀਤਾ ਕਿ ਤੁਸੀਂ ਟਿਊਸ਼ਨ ਸੈਂਟਰ ਚਲਾਓ, ਵਧੀਆ ਕੰਮ ਕਰ ਰਹੇ ਹੋ। ਪਹਿਲਾਂ ਤਾਂ ਬਹੁਤ ਦਿੱਕਤਾਂ ਆਈਆਂ, ਪਰੇਸ਼ਾਨੀਆਂ ਆਈਆਂ, ਲੇਕਿਨ ਇਸ ਟਾਈਮ ਸਾਡੇ ਗਲੀ ਮੁਹੱਲੇ ਵਾਲੇ ਆਪਣੇ ਆਪ ਹੀ ਇੰਨਾ ਕੁ ਪਿਆਰ ਕਰਦੇ ਆ, ਹਰ ਇੱਕ ਚੀਜ਼ ਦੀ ਜਿਸ ਚੀਜ਼ ਦੀ ਵੀ ਸਾਨੂੰ ਲੋੜ ਹੁੰਦੀ ਆ ਉਹ ਪ੍ਰੋਵਾਈਡ ਕਰਵਾਉਂਦੇ ਆ। ਤੇ 100 ਰੁਪਏ ਵੀ ਜਿਹੜੀ ਅਸੀਂ ਫੀਸ ਰੱਖੀ ਬੱਚਿਆਂ ਦੀ, ਮਾਂ ਪਿਓ ਨੂੰ ਇਹ ਦੱਸ ਕੇ ਰੱਖੀ ਆ ਕਿ ਇਹ ਬੱਚਿਆਂ ਦਾ ਜਿਹੜਾ ਮਨੋਬਲ ਆ ਨਾ, ਬੱਚਿਆਂ ਨੂੰ ਇਹ ਮਹਿਸੂਸ ਨਾ ਹੋਏ ਕਿ ਅਸੀਂ ਫ੍ਰੀ ਪੜ੍ਹਦੇ ਆ। ਇਹ ਮਨੋਬਲ ਉਹਨਾਂ ਦਾ ਮਜ਼ਬੂਤ ਕਰਨ ਵਾਸਤੇ ਜਿਹੜੀ 100 ਰੁਪਏ ਫੀਸ ਰੱਖੀ ਆ। ਅਸੀਂ ਜਿਹੜੀ ਕਾਪੀਆਂ ਕਿਤਾਬਾਂ ਜਾਂ ਪੈਨਸਲਾਂ ਆ ਉਹ ਵੀ ਅਸੀਂ ਉਹ 100 ਰੁਪਏ ਦੇ ਵਿੱਚ ਹੀ ਪ੍ਰੋਵਾਈਡ ਕਰਵਾ ਦਿੰਦੇ ਅੱਗੇ। ਅਸੀਂ ਯਾਨੀ ਤੁਸੀਂ ਹੀ ਪ੍ਰੋਵਾਈਡ ਕਰਵਾ ਦਿੰਦੇ ਹੋ? ਇੱਦਾਂ ਕਾਪੀ ਪੈਨਸਲ ਕਿਸੇ ਬੱਚੇ ਦੀ ਹੋਈ। ਮੈਡਮ ਇੱਕ ਹੋਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਇੱਥੇ ਉਹ ਲੋਕਾਂ ਦੇ ਬੱਚੇ ਵੀ ਆ ਜਿਹੜੇ ਸਕੂਲ ਨਹੀਂ ਜਾਂਦੇ, ਬੱਚੇ ਜਿਹੜੇ ਉਹ ਸਕੂਲ ਨਹੀਂ ਜਾਂਦੇ, ਉਹ ਸਿਰਫ ਟਿਊਸ਼ਨ 'ਤੇ ਆਉਂਦੇ ਆ, ਕਿਉਂਕਿ ਉਹਨਾਂ ਦੇ ਮਾਂ-ਬਾਪ ਨਾ ਉਹ ਅਫੋਰਡ ਹੀ ਨਹੀਂ ਕਰਦੇ, ਜਿਹੜੀ ਫੀਸ ਆ ਐਡਮਿਸ਼ਨ ਫੀਸ ਅਫੋਰਡ ਨਹੀਂ ਕਰਦੇ। ਉਹਨਾਂ ਕੋਲ ਸਰਕਾਰੀ ਸਕੂਲਾਂ ਦੀ ਫੀਸ ਵੀ ਨਹੀਂ ਅਫੋਰਡ ਹੁੰਦੀ। ਅਸੀਂ ਉਹ ਬੱਚਿਆਂ ਨੂੰ ਵੀ ਫ੍ਰੀ ਸਿੱਖਿਆ ਦਿੰਦੇ, ਉਹਨਾਂ ਨੂੰ ਕੋਈ ਅਸੀਂ 100 ਰੁਪਇਆ ਵੀ ਨਹੀਂ ਲੈਂਦੇ, ਅਸੀਂ ਫ੍ਰੀ ਆਫ ਕਾਸਟ ਹੀ ਕਰਦੇ ਉਹਨਾਂ ਦੀ ਸਿੱਖਿਆ। ਸਰ ਤੁਹਾਡੇ ਅਕੋਰਡਿੰਗ ਇੱਕ ਸਿੱਖਿਅਕ ਦਾ ਬੱਚੇ ਦੀ ਲਾਈਫ ਵਿੱਚ ਕੀ ਰੋਲ ਹੈ, ਕਿ ਇੱਕ ਗੁਰੂ ਦਾ ਕੀ ਰੋਲ ਹੁੰਦਾ ਹੈ? परम पिता परमात्मा भगवान वाल्मीकि जी महाराज कहते हैं कि जननी और जन्मभूमि स्वर्ग से बढ़कर है, कि ਜਿਹੜਾ ਰੱਬ ਦੇ ਨਾਮ ਬਾਅਦ ਜਿਹੜਾ ਸਾਡਾ ਭਗਵਾਨ ਆ ਉਹ ਸਾਡਾ ਮਾਂ ਪਿਓ ਹੁੰਦੇ ਆ, ਤੇ ਮਾਂ ਪਿਓ ਤੋਂ ਬਾਅਦ ਜਿਹੜਾ ਸਾਡਾ ਭਗਵਾਨ ਦਾ ਦਰਜਾ ਆ ਉਹ ਇੱਕ ਸਿੱਖਿਅਕ ਦਾ ਹੁੰਦਾ ਆ। ਸਾਨੂੰ ਸਮਾਜ ਦੇ ਵਿੱਚ ਵਿਚਰਨਾ, ਅੱਛੇ ਬੁਰੇ ਦੀ ਨੌਲੇਜ ਦੇਣਾ ਇੱਕ ਸਿੱਖਿਅਕ ਦਾ ਕੰਮ ਆ। ਤੇ ਮਾਂ-ਬਾਪ ਭਗਵਾਨ ਤੋਂ ਬਾਅਦ, ਮਾਂ-ਬਾਪ ਤੋਂ ਬਾਅਦ ਜਿਹੜਾ ਸਾਡਾ ਭਗਵਾਨ ਹੁੰਦਾ ਉਹ ਇੱਕ ਸਿੱਖਿਅਕ ਹੁੰਦਾ ਆ। ਤੇ ਮੇਰੀ ਨਜ਼ਰ ਦੇ ਵਿੱਚ ਸਿੱਖਿਅਕ ਦੀ ਇੱਕ ਪਰਮਾਤਮਾ, ਇੱਕ ਭਗਵਾਨ ਦੇ ਨਾਲੋਂ ਇੱਜ਼ਤ ਜਿਹੜੀ ਘੱਟ ਨਹੀਂ ਹੁੰਦੀ, ਵੱਧਦੀ ਹੁੰਦੀ ਆ। ਤੇ ਇਹਨਾਂ ਨਾਲ ਜਿਹੜੇ ਇੱਕ ਹੋਰ ਟੀਚਰ ਜੁੜੇ ਨੇ, ਇਹਨਾਂ ਦੇ ਐਫਰਟਸ ਦੇਖ ਕੇ ਜਿਹੜੇ ਕਿ ਟੀਚਰ ਨਾਲ ਜੁੜ ਗਏ ਨੇ, ਤੇ ਮੈਮ ਤੁਹਾਨੂੰ ਕਿੱਦਾਂ ਦਾ ਲੱਗਦਾ ਇਹਨਾਂ ਦੇ ਐਫਰਟਸ ਦੇਖ ਕੇ ਨਾਲ ਤੁਸੀਂ ਜੁੜੇ ਹੋ? ਕਿੱਦਾਂ ਲੱਗਦਾ ਜਦੋਂ ਇਹਨਾਂ ਦੇ ਇਹੋ ਜਿਹੇ ਬੱਚਿਆਂ ਨੂੰ ਪੜ੍ਹਾ ਕੇ? ਵਧੀਆ ਲੱਗਦਾ ਆ, ਮੀਨਸ ਇਹਨਾਂ ਨਾਲ ਜੁੜ ਕੇ, ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਇਹ ਬਹੁਤ ਹੈ ਨਾ ਹੈਲਪ ਕਰ ਰਹੇ ਆ ਬੱਚਿਆਂ ਦੀ, ਤੇ ਇਹਨਾਂ ਬਾਰੇ ਪਤਾ ਲੱਗਾ, ਫਿਰ ਇਹਨਾਂ ਨੂੰ ਮਿਲੇ ਤਾਂ ਫਿਰ ਇਹਨਾਂ ਨਾਲ। ਤੁਸੀਂ ਇਹਨਾਂ ਨਾਲ ਕਦੋਂ ਤੋਂ ਜੁੜੇ ਹੋ? ਮੈਨੂੰ 3-4 ਮੰਥਸ ਹੋ ਗਏ ਨੇ, ਤੇ ਮੈਮ ਉਹਨਾਂ ਬਾਰੇ ਪਤਾ ਲੱਗਾ ਸੀ ਤੇ ਫਿਰ ਮੈਮ ਨਾਲ ਮਿਲੇ। ਤੇ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ੍ਹ? ਮੈਂ ਬੀਐਡ ਕਰ ਰਹੀ ਹਾਂ, ਹਾਂਜੀ। ਤੇ ਫਿਰ ਮੈਮ ਉਹਨਾਂ ਨਾਲ ਮਿਲ ਕੇ ਹੁਣ ਇੱਥੇ ਸਟੂਡੈਂਟਸ ਨੂੰ ਟੀਚ ਕਰੀਦਾ ਆ, ਤੇ ਵਧੀਆ ਲੱਗਾ ਇਹਨਾਂ ਦਾ, ਜਿੱਦਾਂ ਇੰਨੀ ਸੋਚਿਆ, ਤੇ ਹੁਣ ਇਹਨਾਂ ਨਾਲ ਮਿਲ ਕੇ ਮੈਂ ਵੀ ਇਹਨਾਂ ਦੀ ਹੈਲਪ ਕਰ ਰਹੀ ਹਾਂ। ਤੁਸੀਂ ਮੇਰੇ ਪਿੱਛੇ ਜਿਹੜਾ ਇੱਕ ਕੋਟ ਵੀ ਪੜ੍ਹ ਰਹੇ ਹੋ ਕਿ ਪਰਪਸ ਆਫ ਐਜੂਕੇਸ਼ਨ ਇਜ਼ ਟੂ ਮੋਰਲਾਈਜ਼ ਐਂਡ ਸੋਸ਼ਲਾਈਜ਼ ਦ ਪੀਪਲ, ਕਿ ਮਤਲਬ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਐਜੂਕੇਸ਼ਨ ਜਿਹੜੀ ਹੁੰਦੀ ਹੈ ਉਹ ਬੱਚੇ ਵਾਸਤੇ ਕਿੰਨੀ ਜ਼ਰੂਰੀ ਹੁੰਦੀ ਹੈ। ਤੇ ਇਹ ਦੋਨੋਂ ਹਸਬੈਂਡ ਵਾਈਫ ਵੱਲੋਂ ਜਿੰਨਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਕਿ ਕਈ ਬੱਚੇ ਤਾਂ ਇਹਨਾਂ ਵਿੱਚੋਂ ਅਜਿਹੇ ਨੇ ਜਿਨ੍ਹਾਂ ਦੇ ਪੇਰੈਂਟਸ ਕੋਲੋਂ ਸਕੂਲਸ ਕੀ ਸਰਕਾਰੀ ਸਕੂਲਸ ਦੀ ਫੀਸ ਵੀ ਅਫੋਰਡ ਨਹੀਂ ਹੁੰਦੀ, ਪਰ ਉਹਨਾਂ ਬੱਚਿਆਂ ਨੂੰ ਇੱਥੇ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਤੇ ਨਾਲ ਹੀ ਨਰਸਰੀ ਟੂ BA ਤੱਕ ਦੇ ਬੱਚਿਆਂ ਨੂੰ ਇੱਥੇ ਪ੍ਰੋਪਰਲੀ ਗਰੂਮ ਕੀਤਾ ਜਾਂਦਾ ਹੈ, ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ, ਉਹਨਾਂ ਦੀ ਜਨਰਲ ਨੌਲੇਜ ਤੇ ਉਹਨਾਂ ਦੀ ਸਪੋਕਨ ਇੰਗਲਿਸ਼, ਹਰ ਚੀਜ਼ ਦੇ ਇੱਥੇ ਕੰਮ ਕੀਤਾ ਜਾਂਦਾ ਹੈ। ਤੇ ਸਿਰਫ 100 ਰੁਪਏ 'ਚ, ਤੇ ਕਈ ਬੱਚੇ ਜੋ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਫ੍ਰੀ। ਤੇ ਕਿੰਨਾ ਵਧੀਆ ਜਿਹੜਾ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਤੇ ਸਾਡੇ ਸਮਾਜ ਵਿੱਚ ਵੀ ਅਜਿਹੇ ਜਿਹੜੇ ਸਿੱਖਿਅਕ ਨੇ ਉਹਨਾਂ ਦੀ ਲੋੜ ਹੈ ਕਿ ਜਿਹੜੀ ਸਿੱਖਿਆ ਦਾ ਵਪਾਰ ਹੋ ਰਿਹਾ ਉਸ ਨੂੰ ਬੰਦ ਕਰਨਾ ਚਾਹੀਦਾ, ਕਿਉਂਕਿ ਐਜੂਕੇਸ਼ਨ ਜਿਹੜੀ ਹੈ ਉਸ ਦੀ ਬਹੁਤ ਲੋੜ ਹੈ, ਤੇ ਜਿਸ ਨਾਲ ਸਾਡੀ ਸੁਸਾਇਟੀ ਦਾ ਮਾਈਂਡਸੈਟ ਵੀ ਕਾਫੀ ਚੇਂਜ ਹੋ ਸਕਦਾ ਹੈ। ਤੇ ਇਹ ਜਿਹੜੇ ਬੱਚੇ ਨੇ, ਜੇ ਇਹਨਾਂ ਤੇ ਹੋਰ ਕੰਮ ਕੀਤਾ ਜਾਏ ਤੇ ਆਉਣ ਵਾਲੇ ਸਮੇਂ 'ਚ ਇਹ ਬੱਚੇ ਵੀ ਕਿੰਨਾ ਕੁਝ ਕਰ ਦਿਖਾਣਗੇ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਗੇ। ਤੁਹਾਨੂੰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜ ਰਹੋ। ਮੈਂ ਸ਼ੁਭਪ੍ਰੀਤ ਕੌਰ, ਕੈਮਰਾਮੈਨ ਦੀਪਕ ਖੇਵਾ ਦੇ ਨਾਲ, ਲੁਧਿਆਣਾ ਟਾਈਮਸ।